ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਅਸ਼ਟਪਦੀ 18ਵੀਂ ਪਾਠ ਦੂਜਾ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਸਤਿਗੁਰ ਸਮਝਾਉਂਦੇ ਨੇ ਲੱਖਾਂ ਹੀ ਖੁਸ਼ੀਆਂ ਤੋਂ ਭਾਵ ਲੱਖਾਂ ਹੀ ਰਾਜ ਭੋਗ ਲਏ ਅਸੀਂ ਸੰਸਾਰੀ, ਜੇ ਸਤਿਗੁਰ ਦੀ ਨਜ਼ਰ ਹੋ ਜਾਏ। ਨਜ਼ਰ ਤੋਂ ਭਾਵ ਨਾਮ ਦੀ ਪ੍ਰਾਪਤੀ ਹੋ ਜਾਵੇ, ਸਤਿਗੁਰ ਤੇ ਨਾਮ ਪਾਇਆ ਜਾਏ। ਇਹ ਸਾਰੀ ਅਸ਼ਟਪਦੀ ਸਤਿਗੁਰ ਦੀ ਹੈ। ਸਤਿਗੁਰ ਬਾਰੇ ਆਪਾਂ ਪੂਰਨ ਤੌਰ 'ਤੇ ਆਪਾਂ ਸਮਝਣਾ, ਫੇਰ ਹੀ ਇਹ ਮਨ 'ਚ ਬਸਣੀ ਆਪਣੇ, ਫੇਰ ਹੀ ਅਮਲ ਸ਼ੁਰੂ ਹੋਣਾ ਵਾ। ਸਤਿਗੁਰ ਤੇ ਨਾਮ ਪਾਇਆ ਜਾਏ। ਜਦ ਤੱਕ ਮਨ ਬੁੱਧੀ ਇੱਕ ਨਹੀਂ ਹੁੰਦੇ, ਬੁੱਧੀ ਮਨ ਨੂੰ ਜਿੱਤਦੀ ਨਹੀਂ। ਮਨ ਜੀਤੇ ਜਗ ਜੀਤ। ਸੰਸਾਰ 'ਚੋਂ ਇਹਦਾ ਝਗੜਾ, ਮੋਹ ਮਾਇਆ ਦਾ ਜਾਲ ਵੱਡੇ ਬਣ ਦਾ ਖਤਮ ਨਹੀਂ ਹੁੰਦਾ ਜਦ ਤੱਕ ਇਹ ਸਤਿਗੁਰ 'ਚ ਲੈ ਨਹੀਂ ਹੋ ਸਕਦੀ। ਇਹ ਸਾਰੇ ਸਤਿਗੁਰ ਦੇ ਨਾਂ ਹੀ ਨੇ। ਹਰ, ਹਰੀ, ਗੋਬਿੰਦ, ਗੋਪਾਲ ਜੀ ਕੇ ਜੀਵਨਾ, ਇਹ ਸਾਰਾ ਹੁਕਮ 'ਤੇ ਖੜਾ ਵਾ। ਅਨੇਕਾਂ ਉਪਦੇਸ਼ ਦੇ ਕੇ ਬਾਣੀ ਆਪਾਂ ਨੂੰ ਸਮਝਾਉਂਦੀ ਹੈ ਕਿ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ। ਇਹ ਸੰਸਾਰੀ ਗੱਲ ਹੈ ਭਾਈ, ਫਿਰ ਬਾਣੀ ਦੀ ਕੀ ਲੋੜ ਆ। ਸੰਸਾਰੀ ਤਾਂ ਬਥੇਰੇ ਗੁਰੂ ਨੇ, ਸਤਿਗੁਰ ਨੇ, ਸੰਤ ਨੇ, ਅਨੇਕ ਤਰ੍ਹਾਂ ਦੀਆਂ ਮੱਤਾਂ ਨੇ ਜਿਹਨੂੰ ਆਪਾਂ ਵਿਚਾਰ ਵੀ ਨਹੀਂ ਸਕਦੇ। ਸੰਖ ਜਪ ਨੇ, ਨਹੀਂ, ਇਹ ਤੋਂ ਪਰੇ ਦੀ ਬਾਣੀ ਆਪਾਂ ਨੂੰ ਸਮਝਾ ਰਹੀ ਹੈ। ਨਿਰਾਕਾਰ ਦੁਨੀਆ ਦਾ ਗਿਆਨ ਦੇ ਰਹੀ ਹੈ, ਭਾਵ ਆਕਾਰ ਤੋਂ ਰਹਿਤ। ਜੋ ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ, ਉਹੀ ਤਾਂ ਰਹਿਮਤ ਲੈਣੀ ਆਪਾਂ। ਸਤਿਗੁਰ ਆਇਓ ਸ਼ਰਨ ਤੁਮਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਫਿਰ ਕਿਹਦੀ ਸ਼ਰਨ ਜਾਣਾ ਭਾਈ? ਸਤਿਗੁਰ ਦੀ ਸ਼ਰਨ ਜਾਣਾ। ਪਰ ਅਸੀਂ ਤਾਂ ਆਪ ਹੀ ਸਤਿਗੁਰ ਬਣ ਗਏ। ਉਹ ਸਰੀਰ ਕਰਕੇ ਆ ਭਾਈ। ਸਾਰੇ ਜਿੰਨੀਆਂ ਵੀ ਅਸੀਂ ਪਿੱਛੇ ਭਗਤੀਆਂ ਕਰਦੇ ਆਏ ਹਾਂ, ਹੱਠ ਯੋਗ, ਤਪ ਯੋਗ, ਘਰ-ਬਾਰ ਛੱਡ ਕੇ ਚਲੇ ਜਾਣਾ, ਉਹ ਸਾਰੇ ਸਰੀਰ ਕਰਕੇ। ਸਾਰੇ ਧਰਮ ਆਪਦੇ ਆਪ ਨੂੰ ਸਰੀਰ ਪੂਰਨ ਕਰਕੇ ਮੰਨਦੇ ਨੇ, ਸਰੀਰ ਦੀ ਗਤੀ ਕਰਦੇ ਨੇ। ਸਰੀਰ ਨੂੰ ਹੁੰਦਾ ਸੋਧਣਾ, ਕਿਰਿਆ ਕਹਿ ਲਓ। ਇਹ ਆਤਮ ਗਿਆਨ ਹੈ। ਇਹ ਆਤਮ ਕੀ ਰਹਿਤ ਕੀ ਹੈ? ਬਾਣੀ ਹੈ। ਸਭ ਕਿਛ ਜਾਣੇ ਆਤਮ ਕੀ ਰਹਿਤ। ਇਹ ਆਤਮ ਗਿਆਨ ਹੈ। ਕਿਵੇਂ ਪ੍ਰਾਪਤ ਹੋਊ ਆਪਾਂ? ਜਦੋਂ ਬਾਣੀ ਨੂੰ ਸਤ ਕਰਕੇ ਮੰਨਾਂਗੇ, ਆਪਾਂ ਸੁਣਦੇ ਵਿਚਾਰਦੇ ਰਹਾਂਗੇ। ਕਿਤੇ ਵੀ ਜਾਵਾਂਗੇ, ਗੁਰੂ ਘਰਾਂ 'ਚ ਜਾਂ ਜਿੱਥੇ ਧਾਰਮਿਕ ਸਮਾਗਮ, ਕਿਤੇ ਵੀ ਜਿੱਥੇ ਗੁਰੂ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਉਚਾਰਿਆ ਜਾਂਦਾ ਹੈ, ਵਿਚਾਰਿਆ ਜਾਂਦਾ ਹੈ, ਕਿਤੇ ਵੀ ਹੋਵੇ ਸੰਸਾਰ 'ਚ ਜਾਣਾ ਚਾਹੀਦਾ ਵਾ। ਜਾਵਾਂਗੇ ਫੇਰ ਹੀ ਪਤਾ ਲੱਗੂ, ਵਿਚਾਰਾਂਗੇ, ਪਰਖਾਂਗੇ। ਪਰਖੇ ਗੁਰ ਕੀ ਬਾਤ ਖਰੀ। ਸਤਿਗੁਰ ਸਰੀਰ ਦੀ ਗੱਲ ਨਹੀਂ ਹੈਗੀ। ਪਿੱਛੇ ਵੀ ਆਪਾਂ ਇੱਕ ਪਦਾ ਸਲੋਕ ਦੇ ਨਾਲ ਲੈਂਦੇ ਹਾਂ। ਹਰ ਇੱਕ ਲੜੀਵਾਰ ਆਪਾਂ ਐਂ ਕਰ ਰਹੇ ਹਾਂ 24 ਅਸ਼ਟਪਦੀਆਂ, ਅਤੇ ਸਲੋਕ ਨੇ ਇੱਕ ਪਦਾ ਲਈਦਾ ਵਾ, ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਏ। ਪਿੱਛੇ ਆਪਾਂ ਵਿਚਾਰ ਕੀਤੀ, ਆਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ। ਮਨ ਬੁੱਧੀ ਉਸ ਦਿਨ ਆਨੰਦ ਅਵਸਥਾ ਚਲੇ ਜਾਂਦੇ ਆ, ਭਾਵ ਸਹਿਜ ਦੁਨੀਆ ਦੇਵਲੋਕ ਚਲੇ ਜਾਂਦੇ ਆ। ਜੋ ਸਤਿਗੁਰ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਗੁਰ ਕੇ ਚਰਨ ਧੋਏ ਧੋਏ ਪੀਵਾਂ। ਇਹ ਬਾਣੀ ਹੈ ਭਾਈ, ਗੁਰ ਸ਼ਬਦ ਦਾ ਗਿਆਨ ਹੈ। ਇਹ ਆਤਮ ਖੁਰਾਕ ਹੈ। ਇਹ ਆਤਮਾ ਦੇ ਗੁਣ ਹੈ। ਆਤਮਾ ਨੇ ਗੁਣਾਂ ਦੀ ਪ੍ਰਾਪਤੀ ਕਰਨੀ ਹੈ। ਨਿਰਭਉ ਹੋਣਾ, ਨਿਰਵੈਰ ਹੋਣਾ, ਕਾਲ ਤੋਂ ਮੁਕਤ ਹੋਣਾ, ਅਜੂਨੀ ਸਰੀਰ 'ਚ ਰਹਿੰਦਿਆਂ ਹੋਇਆ ਅਜੂਨੀ ਹੋਣਾ। ਜਿਨੀ ਨਾਮ ਤੇ ਆਇਆ ਗਏ ਮਸਕਟ ਕਾਲ, ਨਾਨਕ ਤਿਉ ਖੁਜਲੇ ਕੀਤੀ ਛੋਟੀ ਨਾਲ। ਉਹਨਾਂ ਦੇ ਫਿਰ ਸਿਰ ਇਹ ਸੇਵਾ ਲੱਗਦੀ ਹੈ। ਉਹੀ ਗੁਰਸਿੱਖ ਨੇ ਆਪ ਜਪੇ ਅਵਰੇ ਨਾਮ ਜਪਾਵੇ, ਉਹੀ ਭਗਤ ਜਨ ਨੇ, ਸੰਤ ਜਨ ਨੇ। ਹੁਣ ਆਪਾਂ ਇੱਥੋਂ ਦੂਆ ਪਦਾ ਸ਼ੁਰੂ ਕਰੀਏ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ। ਜਦੋਂ ਮਨ ਬੁੱਧੀ ਸੂਝਵਾਨ ਹੋ ਜਾਂਦੇ ਆ, ਗਿਆਨਵਾਨ ਹੋ ਜਾਂਦੇ ਆ। ਗਿਆਨੀਆਂ ਦਾ ਮਾਰਗ ਹੈ ਭਾਈ, ਗਿਆਨੀਆਂ ਕਾ ਤਾਂ ਨਾਮ ਹੈ। ਗੁਰ ਤੋਂ ਭਾਵ ਗੁਰ ਸ਼ਬਦ ਦਾ ਗਿਆਨ। ਜਦੋਂ ਮਨ ਬੁੱਧੀ ਆਪਦੇ ਅੰਦਰ ਅੰਤਰਮੁਖੀ ਹੋ ਜਾਂਦੇ ਨੇ, ਕੋਈ ਵੀ ਹੋ ਸਕਦਾ। 4 ਵਾਰਨਾ ਕੋ ਉਪਦੇਸ਼ ਸਾਂਝਾ, ਜੋ ਜੋ ਜਪੇ ਤਿਸ ਕੀ ਗਤ ਹੋਏ। ਗੁਰ ਕੀ ਆਗਿਆ ਮਨ ਮੈਂ ਸਹਿ, ਮਨ ਭਾਣੇ 'ਚ ਆ ਜਾਵੇ। ਇੰਨਾ ਗਿਆਨ ਹੋਣ ਤੋਂ ਬਾਅਦ ਵੀ ਆਪਸ ਕੋ ਕਰ ਕਛ ਨਾ ਜਨਾਵੇ, ਹਰ ਹਰ ਨਾਮ ਹਿਰਦੇ ਸਤਿ ਆਵੇ। ਹਰ ਨਾਮ ਨਾਲ ਅੰਤਰਮੁਖੀ ਦੁਨੀਆ, ਆਪਣੀ ਅਤਰੀਬ ਦੁਨੀਆ ਨਾਲ ਜੁੜਿਆ ਰਹੇ, ਹਰੀ ਨਾਲ ਜੁੜਿਆ ਰਹੇ, ਪਰ ਆਪ ਨੂੰ ਨੀਵਾਂ ਹੀ ਸਮਝੇ। ਆਪਸ ਕੋ ਕਰ ਕਛ ਨਾ ਜਨਾਵੇ, ਆਪਦੀ ਹੋਂਦ ਨੂੰ ਖਤਮ ਕਰ ਦੇਵੇ, ਤਿਆਗ ਕਰ ਦੇਵੇ। ਇਹੀ ਤਾਂ ਭਗਤੀ ਹੈ ਭਾਈ। ਮਨ ਵੇਚੇ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾਸ। ਬੁੱਧੀ ਮਨ ਨੂੰ ਸਤਿਗੁਰ ਦੇ ਚਰਨਾਂ 'ਚ ਲੈ ਜਾਂਦੀ ਹੈ। ਇੱਛਾ ਖਤਮ ਹੋ ਜਾਂਦੀਆਂ ਨੇ। ਜੋ ਸੰਸਾਰੀ ਭਾਵ ਵੀ ਲਈ ਆਪਾਂ ਜੋ ਕੋਈ ਚੀਜ਼ ਵੇਚ ਦਈਏ, ਫਿਰ ਸਾਡਾ ਉਹ 'ਤੇ ਉਜਰ ਨਹੀਂ ਰਹਿੰਦਾ।
ਇਵੇਂ ਮਨ ਬੁੱਧੀ ਫਿਰ ਸਤਿਗੁਰ ਆਇਓ ਸਰਨ ਤੁਆਰੀ, ਮਿਲੇ ਸੋਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ। ਉਸ ਅਵਸਥਾ 'ਚ ਜਾ ਕੇ ਬਾਣੀ ਦਾ ਵਿਚਾਰ ਹੁੰਦਾ, ਉਸ ਅਵਸਥਾ 'ਚ ਜਾ ਕੇ ਬਾਣੀ ਸਮਝੀ ਜਾਂਦੀ। ਪਰ ਇਸ ਤਾਂ ਅੰਮ੍ਰਿਤ ਲੋਕ 'ਚ ਸਾਰਾ ਕੁਝ ਪੂਰਨ ਮੰਨੀ ਬੈਠੇ ਹਾਂ, ਸਰੀਰ ਕਰਕੇ ਆਤਮਾ ਤੋਂ ਕੋਰੇ ਰਹਿ ਜਾਂਦੇ ਹਾਂ। ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ, ਫਿਰ ਸਾਡਾ ਇਹ ਕਾਰਜ ਸਿਰੇ ਚੜ੍ਹਦਾ ਵਾ, ਆਤਮਾ ਪ੍ਰਾਤਮਾ 'ਚ ਲੈਅ ਹੋ ਜਾਂਦੀ ਹੈ, ਫਿਰ ਸਾਡੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਅਸੀਂ ਸਿੱਧੇ ਹੀ ਪਰਮੇਸ਼ਰ ਦਾ ਦਰਸ਼ਨ ਭਾਲਦੇ ਹਾਂ, ਸਿੱਧਾ ਹੀ ਨਾਮ ਭਾਲਦੇ ਹਾਂ। ਨਾਮ ਤਾਂ ਬਹੁਤ ਵੱਡੀ ਸ਼ਕਤੀ ਹੈ। ਨਾਮੇ ਉਤਪਤ ਨਾਮੇ ਪਰ ਲੋ, ਕਿਵੇਂ ਪ੍ਰਾਪਤੀ ਹੋਊਗੀ? ਆਪਾਂ ਬਾਣੀ ਨੂੰ ਸੱਤ ਕਰਕੇ ਮੰਨਾਂਗੇ, ਅਮਲ ਕਰਾਂਗੇ। ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਸ, ਰੋਜ਼ ਪੜ੍ਹਦੇ ਵੀ ਰਹਿ ਰਸ। ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ, ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਨਾਮ ਦੀ ਪ੍ਰਾਪਤੀ ਖਾਤਰ ਆਪਾਂ ਨੂੰ ਇਹ ਮਨੁੱਖਾ ਦੇਹ ਮਿਲੀ ਹੈ। ਇਹ ਪਲੇਟਫਾਰਮ ਹੈ, ਜਿਵੇਂ ਪਲੇਟਫਾਰਮ ਤੋਂ ਆਪਾਂ ਟ੍ਰੇਨ 'ਚ ਬਹਿਦੇ ਨੇ, ਪਲੇਟਫਾਰਮ ਛੱਡਦੇ ਨੇ, ਇਵੇਂ ਸਰੀਰ ਛੱਡ ਦੇਣਾ। ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਉਹੀ ਤਾਂ ਗੁਰਸਿੱਖ ਨੇ ਪਾਈ, ਉਹਨਾਂ ਦਾ ਇਹ ਕਾਰਜ ਰਾਸ ਆ ਜਾਂਦਾ ਹੈ, ਕਿਉਂਕਿ ਉਹ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲ ਕੇ ਇਹ ਪ੍ਰਾਪਤੀ ਕਰ ਲੈਂਦੇ ਨੇ। ਉਹਨਾਂ ਨੂੰ ਗੁਰਬਾਣੀ ਵਿੱਚ ਸੰਤ ਜਨ, ਭਗਤ ਜਨ, ਹਰ ਜਨ, ਧੰਨ ਧੰਨ ਜਨ ਆਇਆ, ਜਹ ਪ੍ਰਸਾਦ ਜਗਤ ਤਰਾਇਆ। ਇਹ ਸਤਿਗੁਰਾਂ ਨੇ ਆਪਾਂ ਨੂੰ ਗਿਆਨ ਦਾ ਸਮੁੰਦਰ ਦਿੱਤਾ ਹੈ, ਆਪਾਂ ਇਹ ਸਮਾਉਣਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਸੇਵਾ ਕਰਤ ਹੋਏ ਨਹਿਕਾਮੀ, ਤਿਸ ਕੋ ਹੋ ਪ੍ਰਾਪਤ ਸੁਆਮੀ। ਫਿਰ ਸਾਨੂੰ ਸੁਆਮੀ ਦਾ ਦਰਸ਼ਨ ਹੁੰਦਾ ਹੈ, ਮਨ ਬੁੱਧੀ ਨੂੰ, ਅੱਖਾਂ ਨੂੰ ਨਹੀਂ। ਅੱਖਾਂ ਕੰਨਾਂ ਦਾ ਤਾਂ ਵਿਸ਼ਾ ਹੀ ਨਹੀਂ ਹੈਗਾ। ਇਹ ਤਾਂ ਮ੍ਰਿਤ ਲੋਕ ਛੱਡਣਾ ਪੈਣਾ। ਮਰਨ ਲਿਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਈ। ਬਾਣੀ ਨੇ ਜੀਵਨ ਸਾਜਣਾ ਆਪਣਾ। ਮਾਤਾ ਧਰਤ ਮਹੱਤ ਤੋਂ ਵੀ ਇਹੀ ਭਾਵ ਹੈ। ਸਲੋਕ ਪੜ੍ਹਦੇ ਰੋਜ਼, ਫਿਰ ਸੁਆਮੀ ਦੀ ਪ੍ਰਾਪਤੀ ਹੁੰਦੀ ਹੈ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੇ ਵਿਕਸੇ ਅੰਤਰਜਾਮੀ। ਉਹਦੀ ਤਾਂ ਬਾਣੀ ਹੈ ਭਾਈ ਸੁਆਮੀ ਦੀ। ਉਹੀ ਗਿਆਨ ਲੈ ਕੇ ਤਾਂ ਆਪਾਂ ਅੰਦਰ ਜਾਣਾ, ਬਾਹਰੋਂ ਤਾਂ ਸਮਝਣਾ ਹੀ ਆ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵ ਗੁਰ ਕੀ ਮਤ ਲੈ। ਹੁਣ ਗੁਰ ਕੀ ਮਤ ਕੌਣ ਲੈਂਦਾ ਹੈ? ਜਿੱਥੇ ਕਿਰਪਾ ਰਹਿਮਤ ਹੁੰਦੀ ਹੈ ਭਾਈ, ਜਿੱਥੇ ਕਿਰਪਾ ਹੋ ਜਾਂਦੀ, ਇਹੀ ਤਾਂ ਕਿਰਪਾ ਲੈਣੀ, ਇਹੀ ਤਾਂ ਭਗਤੀ ਹੈ ਭਾਈ। ਕਿਰਪਾ ਕਰੇ ਤਾਂ ਆਪਣੀ, ਤਾਂ ਗੁਰ ਕਾ ਸ਼ਬਦ ਕਮਾਏ। ਆਸਾ ਦੀ ਬਾਤ ਸਤਿਗੁਰ ਸਮਝਾਉਂਦੇ ਕਹੇ, ਨਾਨਕ ਸੁਣੋ ਜਨੋ ਇਹ ਸੰਜਮ ਦੁੱਖ ਜਾਏ। ਫਿਰ ਇਹ ਸਾਨੂੰ ਪ੍ਰਾਪਤੀ ਹੋਣੀ ਹੈ ਭਾਈ। ਆਪਾਂ ਸਤਿਗੁਰਾਂ ਦੇ ਵਚਨ ਲਈਏ, ਕੀ ਸਮਝਾਉਂਦੇ ਆ ਸਤਿਗੁਰ? ਜੋ ਗੁਰ ਦਿਓ ਤਾਂ ਮਿਲੇ ਮੁਰਾਦ। ਜਦੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਫਿਰ ਮੁਰਾਦ ਦਾ ਦਰਸ਼ਨ ਹੁੰਦਾ ਹੈ ਮਨ ਬੁੱਧੀ ਨੂੰ। ਜੋ ਗੁਰ ਦਿਓ ਤਾਂ ਉਤਰੇ ਪਾਰ। ਪਿੱਛੇ ਵੀ ਆਪਾਂ ਵਿਚਾਰਦੇ ਹਾਂ, ਹਰ ਇੱਕ ਪੰਕਤੀ 'ਚ ਵਿਚਾਰਦੇ ਹਾਂ ਆਪਾਂ। ਪਾਰੋ ਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਵੇ ਪਾਰ। ਸਿੱਖ ਉਹੀ ਨੇ ਭਾਈ ਜਿਹੜੇ ਗੁਰ ਵਿਚਾਰ ਨਾਲ ਜੁੜੇ ਹੋਏ ਨੇ, ਬਾਣੀ ਨੂੰ ਸੱਤ ਕਰਕੇ ਮੰਨਦੇ ਨੇ। ਜਿਵੇਂ ਅਸੀਂ ਗੁਰੂ ਘਰ ਜਾ ਕੇ ਮੱਥਾ ਟੇਕਦੇ ਹਾਂ, ਇਵੇਂ ਮਨ ਨੇ ਜਿੱਤ ਮੰਨਣਾ ਵਾ, ਫਿਰ ਇਹਨੂੰ ਪ੍ਰਾਪਤੀ ਹੋਣੀ ਹੈ। ਸਰੀਰ ਕਰਕੇ ਤਾਂ ਅਸੀਂ ਝੁਕ ਜਾਂਦੇ ਹਾਂ, ਮਨ ਕਰਕੇ ਝੁਕਣਾ ਹੈ, ਮਨ ਕਰਕੇ ਨੀਵਾਂ ਹੋਣਾ ਵਾ। ਕਰ ਡੰਡੌਤ ਪੁੰਨ ਵੱਡਾ ਹੈ, ਇਹ ਸਭ ਤੋਂ ਵੱਡਾ ਪੁੰਨ ਹੈ। ਮਨ ਨੂੰ ਨੀਵਾਂ ਕਰ ਲੈਣਾ, ਇਹ ਆਪਾਂ ਪ੍ਰਾਪਤੀ ਕਰਨੀ ਹੈ, ਫਿਰ ਆਪਾਂ ਪਾਰ ਨਿਕਲਾਂਗੇ। ਜੋ ਗੁਰ ਦਿਓ ਤਾਂ ਬੈਕੁੰਠ ਤਰੇ, ਜੋ ਗੁਰ ਦਿਓ ਤਾਂ ਜੀਵਤ ਮਰੇ। ਫਿਰ ਇਹ ਸਰੀਰ 'ਚ ਰਹਿੰਦੇ ਇੱਛਾ ਦਾ ਤਿਆਗ ਹੋ ਜਾਂਦਾ ਹੈ, ਆਤਮਾ ਮੁਕਤ ਹੋ ਕੇ ਗਿਆਨ ਨਾਲ ਆਪਦੇ ਮੂਲ ਹਰ ਸਮਾ ਜਾਂਦੀ ਹੈ। ਫਿਰ ਨਾਮ ਦਾ ਦਰਸ਼ਨ ਹੁੰਦਾ ਹੈ। ਤੀਜਾ ਪਦਾਰਥ ਹੈ, ਫਿਰ ਚੌਥਾ ਦਾ ਜਨਮ ਹੁੰਦਾ ਹੈ। ਜਿਹੜੇ ਅਸੀਂ ਜੰਮਣ ਮਰਨ ਨੂੰ ਮੰਨਦੇ ਹਾਂ, ਉਹ ਸਰੀਰ ਕਰਕੇ ਹੈ। ਉਹ ਤਾਂ ਕੱਪੜਾ ਬਦਲਦਾ ਹੈ ਸਰੀਰ ਦਾ, ਇਹ 84 ਲੱਖ ਤੇ ਬਦਲਦਾ ਹੀ ਆਇਆ। ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ, ਜਪਜੀ ਸਾਹਿਬ ਸਤਿਗੁਰ ਸਮਝਾਉਂਦੇ। ਜੇ ਇਹੀ ਅਸੀਂ ਕਰਦੇ ਰਹੇ ਤਾਂ ਸਰੀਰ ਰੂਪੀ ਕੱਪੜੇ ਮਿਲਦੇ ਰਹਿਣਗੇ। ਸਰੀਰ ਕੋਈ ਵੀ ਹੋ ਸਕਦਾ। ਨਦਰ ਲੈਣੀ ਹੈ ਸਤਿਗੁਰ ਦੀ, ਨਾਮ ਦੀ ਪ੍ਰਾਪਤੀ ਕਰਨੀ, ਫਿਰ ਮੁਖ ਦਵਾਰ ਭਾਵ 10ਵਾਂ ਦਵਾਰ ਸਾਡਾ ਜਿਹੜਾ ਹੈਗਾ, ਅਸੀਂ ਉੱਥੇ ਜਾਣਾ ਹੈ। ਉਹੀ ਤਾਂ ਦੇਵ ਲੋਕ ਹੈ, ਉਹੀ ਤਾਂ ਹਰਦੁਆਰ ਹੈ। ਭਗਤ ਕਬੀਰ ਜੀ ਵੀ ਸਮਝਾਉਂਦੇ ਨੇ, ਮੋਹਿ ਮਰਨੇ ਕਾ ਚਾਉ ਹੈ, ਮਰੂ ਤੂੰ ਹਰ ਕੇ ਦੁਆਰ। ਇਹ ਐਸਾ ਮਰਨਾ ਹੈ ਇੱਛਾ ਕਰਕੇ, ਸਰੀਰ ਕਰਕੇ ਨਹੀਂ। ਸਰੀਰ ਤਾਂ ਸਾਰਿਆਂ ਨੇ ਛੱਡਣਾ ਵਾ। ਸਾਡਾ ਜਾਣ ਨੂੰ ਜੀਅ ਨਹੀਂ ਕਰਦਾ ਤਾਂ ਕੀ ਹੋਇਆ? ਰਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ, ਕਿਸੇ ਦਾ ਜਾਣ ਨੂੰ ਵੀ ਜੀਅ ਨਹੀਂ ਕਰਦਾ। ਪਰ ਜਦੋਂ ਸਮਾਂ ਆਉਂਦਾ ਹੈ, ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚੇ ਹੋਣ, ਜਦੋਂ ਕਾਲ ਆ ਜਾਂਦਾ ਹੈ ਫਿਰ ਜਾਣਾ ਪੈਂਦਾ ਹੈ। ਫਿਰ ਹੱਥਾਂ ਜੋੜੀ ਕਰਦਾ, ਸਮਾਂ ਨਿਕਲ ਜਾਂਦਾ। ਪਹਿਲਾਂ ਹੀ ਹੱਥਾਂ ਜੋੜੀ ਕਰ ਲਈ ਆਪਾਂ। ਸਤ 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 ਗੁਰਦੇਵ, ਝੂਠ 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 ਆਨ ਸਭ ਸੇ। ਜਿੰਨੀ ਵੀ ਅਸੀਂ ਸੇਵਾ
ਧਰਮ ਦੇ ਨਾਂ 'ਤੇ ਜੋ ਵੀ ਕਰਦੇ ਹਾਂ, ਲੰਗਰ ਲਾਉਂਦੇ ਭੰਡਾਰੇ ਕਰਦੇ ਹਾਂ, ਉਹ ਕੀ ਹੈ? ਸਰੀਰ ਕਰਕੇ ਸਾਰੀ ਸੱਚ ਦੇ ਗਿਆਨ ਤੋਂ ਬਿਨਾਂ ਸਾਡੀ ਸਾਰੀ ਨਿਸਫਲ ਹੋ ਜਾਂਦੀ। ਉਹ ਸਾਡਾ ਧਰਮ ਨਹੀਂ ਹੈਗਾ, ਉਹ ਸਾਡਾ ਫਰਜ਼ ਹੈ। ਧਰਮ ਤਾਂ ਫਿਰ ਪ੍ਰਾਪਤ ਹੁੰਦਾ ਹੈ। ਸ਼ਰਨ ਧਰਮ ਕਾ ਡੇਰਾ ਦੂ ਨਾਨਕ ਕੂੜ ਰਿਹਾ ਭਰਪੂਰ। ਅਸੀਂ ਇੱਥੇ ਧਰਮ ਭਾਲੀ ਜਾਂਦੇ, ਇਹ ਤਾਂ ਮ੍ਰਿਤ ਲੋਕ ਆ, ਇੱਥੇ ਕਿਵੇਂ ਪ੍ਰਾਪਤ ਹੋ ਜੂਗਾ? ਇੱਥੇ ਤਾਂ ਧਰਮ ਕਰਦੇ ਹਾਂ ਅਸੀਂ। ਧਰਮ ਕਰਮ ਪਖੰਡ ਜੋ ਦੀਸੇ ਜੰਮ ਜਗਾਤੀ ਲੁੱਟੇ, ਸਾਰਾ ਇੱਥੇ ਖੋਹ ਲੈਂਦੇ ਨੇ ਜੰਮ। ਸਰੀਰ ਕਰਕੇ ਕਰਦੇ ਹਾਂ ਜਿੰਨੇ ਵੀ ਧਰਮ ਕਰਮ ਕਰਦੇ ਹਾਂ। ਧਰਮ ਦੀ ਦੁਨੀਆ ਤਲੇ ਪਹੁੰਚੇ ਹੀ ਨਹੀਂ ਆਪਾਂ। ਸਰਬ ਧਰਮ ਮੇ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਧਰਮ ਕਦੋਂ ਪ੍ਰਾਪਤ ਹੁੰਦਾ ਹੈ? ਗਿਆਨ ਕਦੋਂ ਪ੍ਰਾਪਤ ਹੁੰਦਾ ਹੈ? ਜਦੋਂ ਜਪ ਤੋਂ ਭਾਵਨ ਸਮਝਦੇ ਹਾਂ ਹਰੀ ਨੂੰ। ਬਾਣੀ ਹਰ ਕਥਾ ਹੈ, ਜਿਹੜੇ ਵੀ ਇਹਨੂੰ ਸੁਣਨ ਵਿਚਾਰਨਗੇ ਉਹ ਅਮਰ ਹੋ ਜਾਣਗੇ। ਇਹਨੇ 'ਤੇ ਕਿਰਪਾ ਰਹਿਮਤ ਹੁੰਦੀ ਹੈ। ਸਤਿਗੁਰ ਸਮਝਾਉਂਦੇ ਨੇ ਅੱਗੇ ਤੇ ਪਦੇ 'ਚ, 20 ਵਿਸਵੇ ਗੁਰ ਕਾ ਮਨ ਮਾਨੇ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ। ਸਤਿਗੁਰ ਸਮਝਾਉਂਦੇ ਆ 20 ਵਿਸਵੇ ਤੋਂ ਬਾਅਦ ਜਦੋਂ ਪੂਰਾ ਮਨ ਮੰਨ ਜਾਂਦਾ, ਮਨ ਬੁੱਧੀ ਇੱਕ ਹੋ ਜਾਂਦੇ ਨੇ, ਮਨ ਜੀਤੇ ਜਗ ਜੀਤ ਤੋਂ ਭਾਵ ਵੀ ਇਹੀ, ਉਹ ਪਰਮੇਸ਼ਰ ਦੀ ਗਤੀ, ਉਹਦੀ ਸ਼ਕਤੀ ਬਾਰੇ, ਸੰਸਾਰ ਕਿਵੇਂ ਚੱਲ ਰਿਹਾ, ਕਿਵੇਂ ਜੀਵ ਆਉਂਦਾ ਹੈ, ਕਿਵੇਂ ਹੁਣ ਜਾਊਗਾ, ਉਹਨਾਂ ਨੂੰ ਕਿਰਪਾ ਰਹਿਮਤ ਹੋ ਜਾਂਦੀ ਹੈ। ਪਿੱਛੇ ਵੀ ਪੜ੍ਹੇ, ਆਪਣੀ ਕਿਰਪਾ ਜੇ ਸਾਫ ਕਰੇ ਨਾਨਕ ਸੋ ਸੇਵ ਗੁਰ ਕੀ ਮਤ ਲਈ। ਉਹ ਗੁਰ ਕੀ ਮਤ ਲੈਂਦੇ ਨੇ, ਪਰ ਉਹ ਗੁਰ ਕੀ ਮਤ ਰਾਹੀਂ ਸਮਝਾਉਂਦੇ ਨੇ। ਆਪਣੀ ਮਤ ਦਾ ਤਿਆਗ ਹੋ ਜਾਂਦਾ ਉਹਨਾਂ ਦਾ। ਆਪਣੀ ਮਤ ਆਪਾਂ ਤਿਆਗਣੀ ਹੈ, ਉਹੀ ਤਾਂ ਭਗਤੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ, ਸੋ ਸਤਿਗੁਰ ਜਿਸ ਹਿਰਦੇ ਹਰ ਨਾਉ, ਅਨਕ ਵਾਰ ਗੁਰ ਕੋ ਬਲ ਜਾਓ। ਐਸੇ ਗਿਆਨ ਤੋਂ ਬਿਹਾਰੀ ਜਾਣਾ ਚਾਹੀਦਾ। ਸਤਿਗੁਰ ਵੀ ਉਹਨੂੰ ਕਿਹਾ ਜਾਂਦਾ ਹੈ, ਸੱਚ ਦਾ ਗਿਆਨ ਦੇਣ ਵਾਲਾ, ਜਿਹਦੇ ਹਿਰਦੇ ਦੇ ਵਿੱਚ ਨਾਮ ਪ੍ਰਗਟ ਹੋ ਜਾਂਦਾ ਹੈ। ਗੁਰਸਾਖੀ ਜੋਤ ਪ੍ਰਗਟ ਹੋਏ। ਰਹਿਰਾਸ ਆਪਾਂ ਪੜ੍ਹਦੇ ਹਾਂ, ਉਹਦੇ ਵੀ ਸਤਿਗੁਰਾਂ ਦੇ ਵਚਨ ਆਉਂਦੇ ਆ। ਗੁਰਸਾਖੀ ਤੋਂ ਭਾਵ ਗੁਰੂ ਦੀ ਸਿੱਖਿਆ ਲੈਂਦੇ ਰਹਿਣਾ, ਸਾਰਾ ਜੀਵਨ ਸਾਡਾ ਨਿਕਲ ਜਾਂਦਾ। ਫਿਰ ਕਿਤੇ ਜਾ ਕੇ ਜੋਤ ਪ੍ਰਗਟ ਹੁੰਦੀ ਹੈ ਗਿਆਨ ਦੀ। ਉਪਜਿਆ ਸਹਿਜ ਗਿਆਨ ਮਤ ਜਾਗੀ। ਫਿਰ ਸਾਰੀ ਇਹ ਖੇਲ ਸਮਝ ਆਉਂਦੀ ਹੈ ਜਦੋਂ ਮਨ ਟਿਕ ਜਾਂਦਾ ਹੈ। ਗਿਆਨ ਨਾ ਟਿਕਦਾ, ਗਿਆਨ ਕਾ ਬੱਧਾ ਮਨ ਰਹੇ, ਗੁਰੂ ਬਿਨ ਗਿਆਨ ਨਾ। ਸੋ ਸਤਿਗੁਰ ਜਿਸ ਹਿਰਦੇ ਹਰ ਨਾਉ, ਅਨਕ ਵਾਰ ਗੁਰ ਕੋ ਬਲ ਜਾਓ। ਅਸੀਂ ਸਰੀਰ ਨੂੰ ਮੰਨ ਲੈਂਦੇ, ਸਤਿਗੁਰ ਸਰੀਰ ਨਹੀਂ ਭਾਈ, ਆਤਮਾ ਕਰਕੇ। ਸਰਬ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ। ਜੋ ਸਤਿਗੁਰ ਸਾਡੇ ਅੰਦਰ ਜੋਤ ਹੈ, ਜਿਹਨੂੰ ਹਰ ਵੀ ਕਿਹਾ, ਗੋਪਾਲ ਵੀ ਕਿਹਾ, ਸਾਰੇ ਉਹਦੀ ਗੁਣ ਨੇ ਭਾਈ। ਉਹ 8 ਪਹਿਰ ਹੁਕਮ ਨਾਲ ਜੁੜਿਆ ਰਹਿੰਦਾ ਹੈ। ਜਿਹੜੇ ਗੁਰਸਿੱਖ ਕਮਾਈ ਕਰਕੇ ਉਹ 'ਚ ਲੈ ਹੋ ਜਾਂਦੇ ਨੇ, ਉਹ ਵੀ ਉਹਦਾ ਰੂਪ ਹੀ ਹੋ ਜਾਂਦੇ ਨੇ। ਨਿਸ ਦਿਨ ਜੋ ਪ੍ਰਾਣੀ ਭਜੇ, ਰਾਮ ਰੂਪ ਤਹਿ ਜਾਨ, ਨੌਵੇਂ ਪਾਤਸ਼ਾਹ ਸਮਝਾਉਂਦੇ ਨੇ। ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਿਸ ਨੇ, ਇੱਕ ਹੋ ਜਾਂਦੇ ਨੇ। ਸਰਬ ਨਿਧਾਨ ਜੀ ਕਾ ਦਾਤਾ, ਆਠ ਪੈਰ ਪਾਰ ਬ੍ਰਹਮ ਰੰਗ ਰਾਤਾ। ਕਿਵੇਂ ਇੱਕ ਹੋ ਜਾਂਦੇ ਨੇ? ਬ੍ਰਹਮ ਮੇ ਜਨ, ਜਨ ਮੇ ਪਾਰ ਬ੍ਰਹਮ। ਬ੍ਰਹਮ 'ਚ ਲੀਨ ਹੋ ਜਾਂਦੇ ਨੇ ਉਹ ਜਨ। ਫਿਰ ਪਾਰ ਬ੍ਰਹਮ ਹੁਕਮ ਦਾ ਦਰਸ਼ਨ ਹੁੰਦਾ ਹੈ। ਇੱਕ ਕੇ ਆਪ ਨਹੀਂ ਕਿਛ ਭਰਮ, ਭਰਮ ਨਹੀਂ ਰਹਿੰਦਾ ਉਹਨਾਂ ਦੇ ਅੰਦਰ। ਭਰਮ ਕੀ ਸੀ? ਹਨੇਰਾ ਜਿਹੜਾ ਸੰਸਾਰ ਨਾਲ ਅਸੀਂ ਜੁੜ ਗਏ ਸੀ, ਆਤਮਾ ਦੇ ਚੇਤਨਾ ਦੇ ਜੜ ਨਾਲ ਰਿਸ਼ਤੇ ਪੈ ਗਏ ਸੀ, ਉਹ ਸਾਰੀ ਖੇਲ ਸਮਝ ਆ ਜਾਂਦੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਸਹਿ ਸਿਆਣਪ ਲਿਆ ਨਾ ਜਾਈਏ, ਨਾਨਕ ਐਸਾ ਗੁਰ ਬੜਭਾਗੀ ਪਾਈਏ। ਵੱਡੇ ਭਾਗਾਂ ਨਾਲ ਇਹ ਪ੍ਰਾਪਤ ਹੁੰਦਾ ਹੈ ਭਾਈ। ਸਿਆਣਪ ਨਹੀਂ ਚੱਲਦੀ ਇੱਥੇ। ਆਪਣੀ ਮੱਤ ਦਾ ਤਿਆਗ ਕਰਨਾ, ਉਹ ਤਾਂ ਆਪਾਂ ਨੂੰ ਸਤਿਗੁਰਾਂ ਨੇ ਸਮਝਾਇਆ, ਗੁਰ ਕੀ ਮੱਤ ਤੁਲੇ ਹੋਏ ਆਣੇ, ਭਗਤੀ ਬਿਨਾ ਵੇ ਡੁੱਬੇ ਸਿਆਣੇ। ਡੁੱਬ ਗਏ ਨਹੀਂ ਜਿਨ੍ਹਾਂ ਨੇ ਗੁਰੂ ਛੱਡਤਾ, ਪਰ ਆਪਾਂ ਨਹੀਂ ਗੁਰੂ ਛੱਡਣਾ ਹੈਗਾ। ਬਾਂਹ ਪਕੜ ਗੁਰ ਕਾਢਿਆ, ਸੋਈ ਉਤਰਿਆ ਪਾਰ। ਉਹੀ ਪਾਰ ਨਿਕਲਣਗੇ ਭਾਈ ਜਿਹੜੇ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲ ਕੇ ਅਮਲ ਕਰਨਗੇ, ਗੁਰੂ ਦਾ ਪੱਲਾ ਫੜ ਕੇ ਲੱਗਣਗੇ। ਐਸਾ ਗੁਰ ਗਿਆਨ ਗੁਰ ਸ਼ਬਦ ਬੜੇ ਭਾਗਾਂ ਨਾਲ ਮਿਲਦਾ। ਆਸਾ ਦੀ ਵਾਰ ਸਤਿਗੁਰ ਸਮਝਾਉਂਦੇ ਨੇ ਪਹਿਲੀ ਪੌੜੀ 'ਚ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਬਾਣਸ ਦੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰੀ। ਭਾਈ ਐਸਾ ਗੁਰ ਸ਼ਬਦ ਦਾ ਗਿਆਨ ਹੈ, ਮਨੁੱਖ ਕਿੰਨਾ ਵੀ ਬੁਰਾ ਹੋਵੇ, ਇਹਦੀਆਂ ਬੁਰਾਈਆਂ ਖਤਮ ਹੋ ਜਾਂਦੀਆਂ ਨੇ, ਦੇਵਤਾ ਬਣ ਜਾਂਦਾ ਹੈ ਗਿਆਨ ਕਰਕੇ, ਆਤਮਾ ਕਰਕੇ। ਪਰ ਅਸੀਂ ਸਰੀਰ ਕਰਕੇ ਦੇਵਤਾ ਬਣ ਜਾਂਦੇ ਹਾਂ, ਧਾਰਮਿਕ ਬਣ ਜਾਂਦੇ, ਸਤੋ ਗੁਣੀ ਬਣ ਜਾਂਦੇ ਹਾਂ, ਗਿਆਨ ਤੋਂ ਕੋਰੇ ਰਹਿ ਜਾਂਦੇ ਹਾਂ। ਨਾਨਕ ਐਸਾ ਗੁਰੂ ਪ੍ਰਭਾਗੀ ਪਾਈਏ। ਵੱਡੇ ਭਾਗਾਂ ਨਾਲ ਇਹ ਪ੍ਰਾਪਤ ਹੁੰਦਾ। ਕਿਵੇਂ ਪ੍ਰਾਪਤ ਹੁੰਦਾ? ਸੁਣ ਬੜਭਾਗੀ ਆ ਹਰ ਅੰਮ੍ਰਿਤ ਬਾਣੀ ਰਾ। ਇਹੀ ਤਾਂ ਮਾਰਗ ਹੈ ਭਾਈ ਸੰਸਾਰ 'ਚੋਂ ਖਹਿੜਾ ਛਡਾਉਣ। ਨਹੀਂ ਤਾਂ ਫਿਰ ਸਾਡਾ ਜੰਮਣ ਮਰਨ ਮੁੱਕਦਾ ਹੀ ਨਹੀਂ ਹੈਗਾ। ਕਿੱਥੋਂ ਚੱਲ ਕੇ ਆਏ? 84 ਲੱਖ ਦਾ ਗੇੜਾ ਕੱਢ ਕੇ ਆਏ ਹੂੰ। ਆਇਆ ਦੂਰੋਂ ਚੱਲ ਕੇ ਤੱਕੀ ਤੋਂ ਸ਼ਰਨ ਆਏ ਜੀਓ, ਮੈਂ ਆਸਾ ਰੱਖੀ ਚਿੱਤ ਮੇ ਮੇਰੇ ਸਭੋ ਦੁੱਖ ਗਵਾਏ। ਆਓ ਸਾਰੇ ਮਿਲ ਕੇ ਆਪਾਂ ਵਿਚਾਰਦੇ ਰਹੀਏ, ਆਪਾਂ ਦੁੱਖਾਂ ਤੋਂ ਛੁਟਕਾਰਾ ਪਾਈਏ। ਕਿ ਸਤਿਗੁਰ ਕੀ ਸਮਝਾਉਂਦੇ, ਸਫਲ ਦਰਸ਼ਨ ਪੇਖਤ ਪਨੀਤ, ਪਰਸਤ ਚਰਨ ਗਤ ਨਿਰਮਲ ਰੇ। ਸਫਲ ਦਰਸ਼ਨ ਉਹ ਗੁਰਸਿੱਖਾਂ ਦਾ, ਇੱਕ ਹੁੰਦਾ ਦੇਖਣਾ, ਇੱਕ ਹੁੰਦਾ ਪੇਖਣਾ। ਬੁੱਧੀ ਨਾਲ ਉਹ ਦਰਸ਼ਨ ਕਰ ਲੈਂਦੇ ਨੇ, ਪਨੀਤ ਹੋ ਜਾਂਦੇ। ਜਿਹੜੀਆਂ ਆਤਮਾ ਮਨ ਬੁੱਧੀ ਇੱਕ ਹੋ ਕੇ ਹਰ 'ਚ ਲੈ ਹੋ ਜਾਂਦੇ ਨੇ, ਪਹਿਲਾਂ ਪਵਿੱਤਰ ਹੁੰਦੀਆਂ ਨੇ, ਫਿਰ ਪਨੀਤ ਹੋ ਜਾਂਦੀਆਂ ਨੇ। ਪਰਸਤ ਚਰਨ, ਸਤਿਗੁਰ ਦੇ ਚਰਨ
ਧੋਏ ਧੋਏ ਪੀਵੇਂ ਜਿਹੜੇ ਪੀਂਦੇ ਨੇ ਨਿਰਮਲ ਰੀਤ ਹੁੰਦੀ ਆ ਉਹਨਾਂ ਦੀ, ਨਿਰਮਲ ਵਿਹਾਰ ਹੁੰਦਾ ਉਹਨਾਂ ਦਾ, ਮੈਲ ਤੋਂ ਰਹਿਤ ਹੁੰਦੇ ਨੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਨਾ ਮਨ ਹੰਡਾਏ, ਦੇਹੀ ਰੋਗ ਨਾ ਲੱਗੀ, ਪੱਲੇ ਸਭ ਕੁਛ ਪਾਏ। ਬਾਬਾ ਫਰੀਦ ਜੀ ਸਮਝਾਉਂਦੇ, ਮਨ ਬੁੱਧੀ ਵਿਚਾਰ ਕਰਦੇ ਨੇ, ਫਰੀਦਾ ਗੁੱਸਾ ਨਹੀਂ ਕਰਨਾ ਸੰਸਾਰ ਦਾ। ਜੇ ਬੁਰਾ ਭਲਾ ਵੀ ਕਹਿੰਦਾ ਕੋਈ ਨਹੀਂ, ਉਹਦਾ ਸੁਭਾਅ ਆ। ਬੁਰੇ ਦਾ ਭਲਾ ਕਰਦੀ ਹੈ ਬਾਣੀ, ਭਾਈ ਅਸੀਂ ਬੁਰੇ ਹਾਂ, ਬਾਣੀ ਸਾਡਾ ਭਲਾ ਕਰਦੀ ਹੈ। 4 ਦਰਸ਼ਨ ਆਪਾਂ ਪਿੱਛੇ ਵੀ ਵਿਚਾਰਿਆ ਸੀ। ਦਰਸ਼ਨ ਪਰਸਨ, ਦਰਸ਼ਨ ਗਿਆਨ ਤੋਂ ਬਾਅਦ ਹੀ ਸੱਤ ਨੂੰ ਪਰਸਾਂਗੇ ਆਪ। ਦਰਸ਼ਨ ਪਰਸਨ, ਸਰਸਨ ਹਰਸਨ, ਚੌਥੇ ਜਾ ਕੇ ਕਿਤੇ ਹਰੀ ਦਾ ਦਰਸ਼ਨ ਹੁੰਦਾ ਹੈ ਭਾਈ। ਫਿਰ ਸਾਡੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ, ਤਾਂ ਸਿੱਧਾ ਹੀ ਸਾਰਾ ਕੁਛ ਭਾਲਦੇ ਹਾਂ ਭਾਈ। ਉਹ ਸਾਡੀ ਅਗਿਆਨਤਾ ਹੀ ਹੈ। ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗੇ ਗਵੇ। ਜਿਨ੍ਹਾਂ ਨੇ ਚਰਨ ਪਰਸ ਲਏ ਸਤਿਗੁਰ ਦੇ, ਇੱਕ ਹੋ ਗਏ, ਦਰਗਾਹ 'ਚ ਪਹੁੰਚ ਗਏ। ਭੇਟਤ ਮਤ ਮਲਾਪ ਸੰਗ ਰਾਮ ਗੁਣ ਗਵੇ ਰਵੇ, ਉਹ ਰਾਮ ਦੇ ਗੁਣ ਗਾਉਂਦੇ ਨੇ ਭਾਈ। ਹਰ ਗੁਣ ਗਾਏ ਲੈ ਮਨਾ, ਜੋ ਸੰਗੀ ਹੈ ਤੇਰੋ। ਪਾਰ ਬ੍ਰਹਮ ਕੀ ਦਰਗੇ ਗਵੇ, ਉਹੀ ਤਾਂ ਸਮਝਾਉਂਦੇ ਨੇ ਭਾਈ, ਉਹੀ ਦਰਗਾਹ ਬਾਰੇ ਸਮਝਾਉਂਦੇ ਨੇ, ਉਹੀ ਤਾਂ ਗੁਰਸਿੱਖ ਨੇ। ਆਪ ਜਪੇ ਅਵਰੇ ਨਾਮ ਜਪਾਵੇ, ਕੀ ਸਮਝਾਉਂਦੇ ਅੱਗੇ ਸਤਿਗੁਰ। ਸੁਣ ਕਰ ਬਚਨ ਕਰਨੇ ਅਗਾਨੇ, ਮਨ ਸੰਤੋਖ ਆਤਮ ਪਤਿਆਨੇ। ਮਨ ਭਿੱਜ ਜਾਂਦਾ ਹੈ, ਸੰਤੋਖ ਦੇ ਵਿੱਚ ਆ ਜਾਂਦਾ ਹੈ, ਮਾਇਆ ਪਾਰ ਹੋ ਜਾਂਦੀ ਹੈ ਭਾਈ, ਰਚ ਜਾਂਦਾ ਹੈ ਮਨ। ਅਗਾਨੇ ਤੋਂ ਭਾਵ ਰਚ ਜਾਂਦਾ ਹੈ। ਅੰਦਰੋਂ ਸੁਣ ਕੇ ਬਾਣੀ, ਉਹ ਅੰਦਰੋਂ ਜਿਹੜੀ ਬਾਣੀ ਸੁਣਦੇ ਆ ਉਹੀ ਤਾਂ ਤੁਰਕੀ ਬਾਣੀ ਹੈ ਭਾਈ। ਇਹ ਬਾਣੀ ਸਾਨੂੰ ਤੁਰਕੀ ਬਾਣੀ ਤੱਕ, ਨਾਮ ਤੱਕ ਲੈ ਜਾਂਦੀ ਹੈ। ਆਸਾ ਦੀ ਵਾਰ ਆਪਾਂ ਸਤਿਗੁਰਾਂ ਦੇ ਵਚਨ ਲਈਏ, ਉਸ ਅਵਸਥਾ 'ਚ ਜਾ ਕੇ ਭਾਈ ਇਹਦਾ ਜਸ ਕੀਤਾ ਜਾਂਦਾ ਹੈ ਬਾਣੀ ਦਾ, ਸੰਤੋਖ ਦੇ ਵਿੱਚ ਜਾ ਕੇ। ਸੇਵ ਕੀਤੀ ਸੰਤੋਖੀ, ਜਿਨ ਸੱਚੋ ਸੱਚ ਧਿਆਇਆ, ਉਹਨੇ ਮੰਦੇ ਪੈਰ ਨਾ ਰੱਖਿਆ, ਕਰ ਸੁਕਿਰ ਧਰਮ ਕਮਾਇਆ। ਉਹਨੇ ਦੁਨੀਆ ਤੋੜੇ ਬੰਧਨ, ਅਨ ਪਾਣੀ ਥੋੜਾ ਖਾਇਆ। ਇਹ ਆਸਾ ਦੀ ਵਾਰ ਸਤਿਗੁਰਾਂ ਦੇ ਵਚਨ ਨੇ। ਸੰਤੋਖ ਤੋਂ ਬਿਨਾਂ ਬਾਣੀ ਦਾ ਜਸ ਹੀ ਨਹੀਂ ਕੀਤਾ ਜਾਂਦਾ, ਸੇਵਾ ਹੀ ਨਹੀਂ ਕੀਤੀ। ਜਿਹੜੀ ਅਸੀਂ ਪਹਿਲਾਂ ਕਰਦੇ ਹਾਂ ਉਹ ਸਵਾਰਥ ਕਰਕੇ ਕਰਦੇ ਹਾਂ, ਮਨ ਦਾ ਸੁਭਾਅ ਆ। ਪੂਰਾ ਗੁਰ ਅਖਿਓ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਸ਼ਾਂਤ ਹੋ ਜਾਂਦੀਆਂ ਉਹ ਆਤਮਾ ਗੁਰਸਿੱਖ ਜਦੋਂ ਪੂਰਾ ਗਿਆਨ ਮਾਇਆ ਪਾਰ ਕਰ ਲੈਂਦੇ ਨੇ। ਪੂਰੇ ਗੁਰ ਦਾ ਦਰਸ਼ਨ ਹੋ ਜਾਂਦਾ ਹੈ, ਪੂਰਨ ਗਿਆਨ ਹੋ ਜਾਂਦਾ ਹੈ। ਇਹ ਮੰਤਰ ਵਿਧੀ ਹੈ ਭਾਈ। ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾ ਹੈ। ਉਹ ਕਿਵੇਂ ਪ੍ਰਾਪਤ ਹੁੰਦਾ ਹੈ? ਉਹ ਆਤਮਾ ਦਾ ਅੰਮ੍ਰਿਤ ਜਿਹੜਾ ਅਸੀਂ ਬਾਹਰ ਪੀਂਦੇ, ਉਹ ਸਰੀਰ ਕਰਕੇ। ਉਹ ਪਹੁਲ ਹੈ, ਪੀਓ ਪਹੁਲ ਖੰਡੇ ਧਰ ਹੋਏ ਜਨਮ ਸਹੇਲਾ। ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਪੇਖੇ ਆ ਗਿਆ ਨਾ, ਫਿਰ ਇੱਕ ਹੁੰਦਾ ਦੇਖਣਾ, ਇੱਕ ਪੇਖਣਾ। ਪੇਖਣਾ ਹੁੰਦਾ ਬੁੱਧੀ ਦਿਵ ਦ੍ਰਿਸ਼ਟੀ ਨਾਲ, ਉਹੀ ਤਾਂ ਮਿਲਣੀ ਆਪਾਂ ਨੂੰ। ਆਪਾਂ ਦੇਖਦੇ ਵੀ ਹਾਂ ਸਾਰਾ ਕੁਝ, ਛੁੱਟ ਕਿਉਂ ਨਹੀਂ ਸਕਦੇ? ਆਪਣੀ ਮੱਤ ਨਾਲ ਆਪਾਂ ਨਹੀਂ ਛੁੱਟ ਸਕਦੇ, ਆਪਣੀ ਮੱਤ ਨਾਲ ਤਾਂ ਆਪਾਂ ਉਲਝ ਸਕਦੇ ਹਾਂ। ਆਪਾਂ ਗੁਰ ਕੀ ਮੱਤ ਲੈਣੀ ਹੈ, ਫਿਰ ਵੇਖਾਂਗੇ ਆਪਾਂ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੇ ਤਿਸ ਲਏ ਮਿਲਾਏ। ਫਿਰ ਕੀ ਕਹਿੰਦੇ ਨੇ ਉਹ ਗੁਰਸਿੱਖ? ਉਹਦੇ ਗੁਣਾਂ ਦੀ ਤਾਂ ਵਿਚਾਰ ਹੀ ਨਹੀਂ ਕਰ ਸਕਦਾ। ਉਹਦਾ ਬੇਅੰਤ ਹੈ, ਕੀਮਤ ਤੋਂ ਭਾਵ ਹੁੰਦਾ ਉਹਨੂੰ ਬਿਆਨ ਕਰਕੇ ਸਿੱਧਾ ਡਾਇਰੈਕਟ ਨਹੀਂ ਅਸੀਂ ਦਿਖਾ ਸਕਦੇ। ਬਾਰ-ਬਾਰ ਉਪਦੇਸ਼ ਦੇ ਕੇ ਸਾਨੂੰ ਬਾਣੀ ਸਮਝਾ ਰਹੀ ਹੈ ਵੀ ਕਿਵੇਂ ਨਾ ਕਿਵੇਂ ਜੀਵ ਨੂੰ ਸਮਝ ਆ ਜਾਵੇ। ਨਾਨਕ ਜਿਸ ਭਾਵੇ ਤਿਸ ਲਏ ਮਿਲਾਏ, ਜਿੱਥੇ ਕਿਰਪਾ ਰਹਿਮਤ ਹੋ ਜਾਂਦੀ, ਜਿਹਨੂੰ ਬਾਣੀ ਚੰਗੀ ਲੱਗ ਜਾਂਦੀ, ਜਿਹਨਾਂ ਦਾ ਮਨ ਭਾਣੇ 'ਚ ਆ ਜਾਂਦਾ, ਉਹਦੇ ਨਾਲ ਮਿਲ ਜਾਂਦੇ ਨੇ। ਅਵਸਥਾ ਤੋਂ ਬਾਅਦ ਗੁਰਸਿੱਖ ਕੀ ਕਹਿੰਦੇ ਨੇ? ਫਿਰ ਉਹਦੀ ਅਵਸਥਾ ਬਦਲ ਜਾਂਦੀ ਹੈ। ਹਰ ਇੱਕ ਪਦੇ 'ਚ ਅਵਸਥਾ ਬਦਲਦੀ ਹੈ। ਜੇਬਾ ਏਕ ਉਸਤਤ ਨੇਕ, ਸਤਪੁਰਖ ਪੂਰਨ ਵਿਵੇਕ। ਕੀ ਸਮਝਾਉਂਦੇ ਆ ਸਤਿਗੁਰ? ਬੁੱਧੀ ਮਨ ਵਿਚਾਰ ਕਰਦੇ ਆ ਆਪਣੀ ਇੱਕ ਬੁੱਧੀ, ਆਪਾਂ ਉਸਤਤ ਤਾਂ ਉਹਦੀਆਂ ਨੇਕ ਨੇ ਕਿਵੇਂ ਕਰਾਂਗੇ? ਉਹ ਸਤਪੁਰਖ ਹੈ, ਹਮੇਸ਼ਾ ਰਹਿਣ ਵਾਲਾ, ਵਿਵੇਕੀ ਹੈ। ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗਮ ਅਗੋਚਰ ਬ੍ਰਹਮ ਨਿਰਵਾਣੀ। ਸਤਿਗੁਰ ਸਮਝਾਉਂਦੇ ਆ ਭਾਈ, ਜਿਵੇਂ ਅਸੀਂ ਸੰਸਾਰੀ ਧਰਮ ਰਾਮ ਰਾਮ ਵਾਹਿਗੁਰੂ ਵਾਹਿਗੁਰੂ, ਜਿਵੇਂ ਵੀ ਅਸੀਂ ਆਪਦੀ ਮਾਨਵ ਸੋਚਣਾ ਧਰਮ ਨੂੰ ਸਮਝ ਰਹੇ ਹਾਂ, ਜੋ ਜਗਤ ਮੈਂ ਪਿਆਸ ਸਿਆਣਾ, ਤਿੰਨ ਤਿੰਨ ਆਪਣਾ ਰਾਹੋ ਚਲਾਣਾ। ਸਤਿਗੁਰ ਕਹਿੰਦੇ ਤੁਸੀਂ ਉੱਥੇ ਤੱਕ ਨਹੀਂ ਪਹੁੰਚ ਸਕਦੇ ਭਾਈ। ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਕਿਸੇ ਵੀ ਵਿਧੀ ਨਾਲ ਉੱਥੇ ਤੱਕ ਅਸੀਂ ਨਹੀਂ ਪਹੁੰਚ ਸਕਦੇ, ਕਿਉਂਕਿ ਉਹ ਅਗੰਮ ਅਗੋਚਰ ਸਾਡੀ ਮਨ ਬੁੱਧੀ ਦੀ ਪਕੜ ਤੋਂ ਹੀ ਪਰੇ ਹੈ। ਨਿਰਵਾਣੀ ਨਿਰਾਕਾਰ, ਬਿਨਾਂ ਕੰਨਾਂ ਤੋਂ ਸੁਣਨ ਵਾਲਾ। ਉਹ ਕੀ ਹੈ? ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿੰਨੇ ਨਾ ਪਾਈ। ਅੱਜ ਤੱਕ ਕਿਸੇ ਨੇ ਵੀ ਬਿਆਨ ਨਹੀਂ ਕੀਤਾ, ਪਰ ਭਗਤ ਗੁਰੂ ਸਾਹਿਬਾਨਾਂ ਨੇ ਉਹ ਕਥਾ ਨੂੰ ਸਾਨੂੰ ਕਥਨ ਕਰਕੇ ਦਿੱਤਾ। ਅਸੀਂ ਵਿਚਾਰ ਤਾਂ ਕਰ ਸਕਦੇ ਹਾਂ, ਇਹਨੂੰ ਕਥਨ ਨਹੀਂ ਕਰ ਸਕਦੇ। ਜੋ ਵਿਚਾਰ 'ਚੋਂ ਗਿਆਨ ਪੈਦਾ ਹੁੰਦਾ, ਉਹਦੇ ਨਾਲ ਅਸੀਂ ਇਹਨੂੰ ਸਮਝ ਸਕਦੇ ਹਾਂ। ਤਾਂ ਕੀ ਕੀਮਤ ਕਿੰਨੇ ਨਾ ਪਾਈ, ਆਨਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੇ ਸਿਮਰੇ। ਅਨੇਕਾਂ ਹੀ ਭਗਤ ਭਾਈ ਉਹਦੇ ਗੁਣ ਗਾਉਂਦੇ ਨੇ, ਵੰਦਨਾ ਕਰਦੇ ਨੇ। ਚਰਨ ਕਮਲ ਬਾਣੀ ਆਪਦੇ ਮਨ ਬੁੱਧੀ ਦੇ ਅੰਦਰ ਹਿਰਦੇ 'ਚ ਸਿਮਰਦੇ ਨੇ। ਜਿਵੇਂ ਜਿਵੇਂ ਗਿਆਨ ਵੱਧਦਾ ਰਹਿੰਦਾ, ਅਸੀਂ ਜਿਹੜਾ ਸੰਸਾਰੀ
ਮੋਹ ਮਾਇਆ ਦਾ ਸਾਡੇ ਪਾਹ ਚੜਿਆ, ਉਹ ਤੋਂ ਮੁਕਤ ਹੁੰਦੇ ਰਹਿੰਦੇ ਆ। ਕਿਰਪਾ ਰਹਿਮਤ ਹੁੰਦੀ ਰਹਿੰਦੀ ਹੈ। ਇੱਕ ਦਿਨ ਐਸਾ ਆ ਜਾਂਦਾ ਹੈ, ਮਨ ਬੁੱਧੀ ਆਪਦੇ ਘਰ ਪਹੁੰਚ ਜਾਂਦੇ ਨੇ। ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਕੁ ਜਿਲੇ ਕੀਤੀ ਛੋਟੀ ਨਾਲ। ਫਿਰ ਉਹ ਗਿਆਨ ਹੀ ਫਿਰ ਧਿਆਨ ਬਣ ਜਾਂਦਾ। ਧਿਆਨ ਦੀ ਦੁਨੀਆ ਅਸੀਂ ਚਲੇ ਜਾਂਦੇ। ਫਿਰ ਧਿਆਨ ਤੋਂ ਬਾਅਦ ਇਹ ਖੇਲ ਬੁੱਝੀ ਜਾਂਦੀ ਹੈ। ਧੁਨ ਮੈਂ ਧਿਆਨ ਮੈਂ ਜਾਣਿਆ। ਇਹ ਤਾਂ ਹੁਣ ਜਿਹੜੇ ਪ੍ਰਾਪਤੀ ਕਰਨਗੇ ਭਾਈ, ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਣਗੇ, ਉਹਨਾਂ ਨੂੰ ਵੀ ਪ੍ਰਾਪਤੀ ਹੋਣੀ ਹੈ। ਗਿਆਨ ਨਾਲ ਗੱਲੀ ਢੂੰਡੀਏ ਕਥਨਾ ਕਰੜਾਸਾ। ਸਤਿਗੁਰੂ ਸਮਝਾਉਂਦੇ ਆ ਭਾਈ, ਗੱਲਾਂ ਨਾਲ ਇਹਦੀ ਪ੍ਰਾਪਤੀ ਹੁੰਦੀ, ਇਹਦੀ ਕਮਾਈ ਕਰਨੀ ਪੈਂਦੀ। ਇਹੀ ਤਾਂ ਆਪਾਂ ਕਿਰਪਾ ਲੈਣੀ ਹੈ ਦਾਤੇ ਦੀ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਸਦ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਾਪਣੇ। ਕਹਿੰਦੇ ਐਸੇ ਗੁਰੂ ਭਗਤ ਸਾਹਿਬਾਨਾਂ ਦੀ ਬਾਣੀ ਤੋਂ ਬਲਿਹਾਰੀ ਜਾਣਾ ਚਾਹੀਦਾ, ਜਿਹਦੀ ਕਿਰਪਾ ਰਹਿਮਤ ਨਾਲ ਆਪਾਂ ਐਸੇ ਪ੍ਰਭ ਨੂੰ ਜਪ ਲਿਆ, ਸਮਝ ਲਿਆ, ਜਿਹੜਾ ਸਾਡੀ ਅੱਖਾਂ ਕੰਨਾਂ ਦਾ, ਸਾਡੀ ਮਨ ਬੁੱਧੀ ਦਾ ਵਿਸ਼ਾ ਹੀ ਨਹੀਂ ਹੈਗਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਇਹ ਹਰਸ ਪਾਵੇ ਜਨ ਕੋਏ, ਅੰਮ੍ਰਿਤ ਪੀਵੇ ਅੰਮ੍ਰਿਤ ਹੋਏ। ਆਪਾਂ ਪਿੱਛੇ ਵੀ ਵਿਚਾਰ ਕੀਤੀ ਸੀ, ਬਾਣੀ ਹਰ ਕਥਾ ਹੈ ਭਾਈ, ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰ ਦੁੱਖ ਲੱਥਾ। ਜਿਹੜੇ ਸੁਣਦੇ ਵਿਚਾਰਦੇ ਰਹਿਣਗੇ ਅਮਰ ਹੋ ਜਾਣਗੇ, ਸੰਸਾਰ ਤੋਂ ਉਹਦਾ ਛੁਟਕਾਰਾ ਹੋ ਜਾਊਗਾ। ਸਤਿਗੁਰ ਇਹ ਸਮਝਾਉਂਦੇ ਆ, ਇਹ ਹਰਸ ਪਾਵੇ ਜਨ ਕੋਈ, ਕੋਈ ਪ੍ਰਾਪਤ ਕਰਦਾ, ਉਹ ਪ੍ਰਾਪਤ ਕਰਕੇ ਫਿਰ ਉਹੀ ਤਾਂ ਗੁਰਸਿੱਖ ਆ ਭਾਈ। ਦੂਜਿਆਂ ਨੂੰ ਸਮਝਾਉਂਦਾ, ਆਪ ਜਪੇ ਅਵਰੇ ਨਾਮ ਅੰਮ੍ਰਿਤ ਪੀਵੇ ਸੋ ਅਮਰ ਹੋਏ। ਉਹ ਅਮਰ ਹੋ ਜਾਂਦੇ ਨੇ, ਜੰਮਣ ਮਰਨ ਦਾ ਕੱਟਿਆ ਜਾਂਦਾ। ਉਸ ਪੁਰਖ ਕਾ ਨਾਹੀ ਕਦੇ ਵਿਨਾਸ਼, ਜਾ ਕੇ ਮਨ ਪ੍ਰਗਟੇ ਗੁਣ ਤਾਸ। ਫਿਰ ਉਹ ਗੁਣ ਪ੍ਰਗਟ ਹੁੰਦੇ ਨੇ। ਕਿਹੜੇ ਭਾਈ? ਪਹਿਲਾ ਗੁਣ ਨਿਰਭਉ, ਭੈ ਤੋਂ ਰਹਿਤ, ਨਿਰਵੈਰ, ਸੰਸਾਰ ਨਾਲ ਵੈਰ ਵਿਰੋਧ ਖਤਮ, ਕਾਲ ਮੂਰ, ਕਾਲ ਤੋਂ ਮੁਕਤ, ਅਜੂਨੀ ਸਰੀਰ ਛੱਡ ਕੇ ਅਜੂਨੀ ਹੋ ਜਾਂਦਾ ਹੈ, ਜੰਮਣ ਮਰਨ ਕੱਟਿਆ ਜਾਂਦਾ ਹੈ। ਕੋਈ ਵੀ ਹੋ ਸਕਦਾ ਹੈ। ਉਸ ਪੁਰਖ ਕਾ ਨਾਹੀ ਕਦੇ ਵਿਨਾਸ਼, ਜਾ ਕੇ ਮਨ ਪ੍ਰਗਟੇ ਗੁਣ ਤਾਸ। ਜਿਹਦੇ ਅੰਦਰ ਹੀ ਗੁਣ ਪ੍ਰਗਟ ਹੋ ਜਾਂਦੇ ਨੇ, ਉਹੀ ਤਾਂ ਗੁਰਸਿੱਖ ਨੇ ਭਾਈ। ਆਠ ਪਹਿਰ ਹਰ ਕਾ ਨਾਮ ਲੈ, ਸੱਚ ਉਪਦੇਸ਼ ਸੇਵਕ ਕੋ ਦੇ। ਗੁਰਸਿੱਖ ਸੰਗਤ ਨੂੰ ਉਹ ਸਮਝਾਉਂਦਾ ਹੈ। ਅੱਠੇ ਪਹਿਰ ਉਹ ਕੁਦਰਤ ਦਾ ਜਸ ਕਰਦਾ ਹੈ, ਜਪਦਾ ਹੈ, ਸਮਝਾਉਂਦਾ ਹੈ। ਸੱਚ ਉਪਦੇਸ਼ ਸੇਵਕ ਕੋ ਦੇ, ਮੋਹ ਮਾਇਆ ਕੇ ਸੰਗ ਨਾ ਲੇਪ, ਮਨ ਮੇਂ ਰਾਖੇ ਹਰ ਹਰੇਕ। ਮੋਹ ਮਾਇਆ ਤੋਂ ਮੁਕਤ ਹੁੰਦਾ ਹੈ। ਐਸਾ ਕੋਈ ਵੀ ਗੁਰਸਿੱਖ ਹੋ ਸਕਦਾ ਭਾਈ, ਜੋ ਜੋ ਜਪੇ ਤਿਸ ਕੀ ਗਤ ਹੋਏ। ਕੋਈ ਵੀ ਇਹਨੂੰ ਜਪ ਸਕਦਾ, ਚੌਂ ਵਰਨੋਂ ਕਾ ਉਪਦੇਸ਼ ਸਾਂਝਾ। ਉਹਨੂੰ ਇਹ ਸਾਰੀ ਖੇਲ ਸਮਝ ਆਉਂਦੀ ਹੈ। ਸਤਿਗੁਰ ਸਮਝਾਉਂਦੇ ਆ ਅੱਗੇ, ਮੋਹ ਮਾਇਆ ਕੇ ਸੰਗ ਨਾ ਲੇਪ, ਮਨ ਮੇਂ ਰਾਖੇ ਹਰ ਇੱਕ। ਮਾਇਆ ਤੋਂ ਪਰੇ ਚਲੇ ਜਾਂਦੇ, ਉਹਨਾਂ ਦੇ ਅੰਦਰ ਇੱਕ ਹਰੀ ਦਾ ਵਾਸਾ ਹੋ ਜਾਂਦਾ ਹੈ। ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁੱਖ ਤਹਿਤੇ ਨਾਸੇ। ਸਤਿਗੁਰ ਕਹਿੰਦੇ ਦੁੱਖ ਤਾਂ ਉਹਦੇ ਐਂ ਭੱਜ ਜਾਂਦੇ ਨੇ ਭੈ ਨਾਲ, ਜਿਵੇਂ ਹਨੇਰੇ 'ਚ ਪ੍ਰਗਾਸ, ਲਾਈਟ ਜਲ ਜਾਵੇ। ਅੱਗੇ ਸਤਿਗੁਰ ਕੀ ਸਮਝਾਉਂਦੇ, ਤਪਤ ਮਾਹੇ ਠਾਣ ਵਰਤਾਈ, ਨੰਦ ਪਿਆ ਦੁੱਖ ਨਾਠੇ ਭਾਈ। ਉਸ ਅਵਸਥਾ ਜਾ ਕੇ ਸਤਿਗੁਰ ਦੀ ਪ੍ਰਾਪਤੀ ਹੁੰਦੀ ਹੈ ਭਾਈ। ਹਿਰਦੇ ਸ਼ਾਂਤੀ ਆ ਜਾਂਦੀ ਹੈ। ਤਪਤ ਮੈਂ ਠਾਣ ਵਰਤਾਈ, ਪਾਪ ਕਲਪਨਾ ਕਲਯੁਗ ਤੋਂ ਮੁਕਤ ਹੋ ਜਾਂਦਾ ਹੈ। ਜਿਹੜੀ ਅਗਨੀ ਸੀ ਸਾਡੇ ਅੰਦਰ ਤ੍ਰਿਸ਼ਨਾ, ਉਹ ਖਤਮ ਹੋ ਜਾਂਦੀ ਹੈ। ਆਨੰਦ ਪਿਆ ਦੁੱਖ ਨਾਠੇ ਭਾਈ। ਉਸ ਅਵਸਥਾ ਜਾ ਕੇ ਆਨੰਦਮਈ ਜੀਵਨ ਹੋ ਜਾਂਦਾ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਸਾਧੂ ਜਿਹਨਾਂ ਦੀ ਬਾਣੀ ਹੈ ਭਾਈ, ਫਿਰ ਸਮਝ ਆ ਜਾਂਦਾ, ਜਿਹੜੀ ਚਿੰਤਾ ਸੀ ਉਹ ਖਤਮ ਹੋ ਜਾਂਦੀ, ਜੰਮਣ ਮਰਨ ਖਤਮ ਹੋ ਜਾਂਦਾ ਹੈ। ਬਾਣੀ ਦੇ ਪੂਰੇ ਉਪਦੇਸ਼ ਧਾਰਨ ਨਾਲ ਪੂਰਨ ਗਿਆਨ ਲੈਣ। ਆਪਾਂ ਕੱਲ੍ਹ ਵੀ ਵਿਚਾਰ ਕੀਤੀ ਸੀ 24ਵੀਂ ਅਸ਼ਟਪਦੀ ਦੀ, ਪੂਰਾ ਪ੍ਰਭ ਰਾਧਿਆ ਪੂਰਾ ਜਾ ਕਾ ਨਾਮ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾ। ਪੂਰੇ ਦੇ ਗੁਣ ਨੇ ਪਾਈਏ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਭਉ ਚੂਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ। ਖਤਮ ਹੋ ਜਾਂਦੇ ਨੇ ਵਿਆਦ, ਭੈ ਖਤਮ ਹੋ ਜਾਂਦਾ ਹੈ, ਨਿਰਭਉ ਹੋ ਜਾਂਦਾ ਹੈ ਜੀਵ। ਕਿ ਸਤਿਗੁਰ ਕੀ ਸਮਝਾਉਂਦੇ ਆ, ਜਿਸ ਕਾ ਸਾਥ ਤਿਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਰਾਜੀ। ਉਸ ਅਵਸਥਾ ਨੂੰ ਸਾਧ ਸੰਗਤ ਕਿਹਾ, ਜਦੋਂ ਮਨ ਬੁੱਧੀ ਮੋਹ ਮਾਇਆ ਦਾ ਤਿਆਗ ਕਰਕੇ ਆਪਦੇ ਮੂਲ ਹਰ 'ਚ ਲੈ ਹੋ ਜਾਂਦੇ ਨੇ, ਉਹ ਅਵਸਥਾ ਨੂੰ ਸਾਧ ਸੰਗਤ ਕਿਹਾ। ਉਸ ਅਵਸਥਾ 'ਚ ਜਾ ਕੇ ਬਾਣੀ ਸਮਝ ਆਉਂਦੀ ਹੈ। ਉਸ ਅਵਸਥਾ 'ਚ ਜਾ ਕੇ ਹਰੀ ਦਾ ਜਸ ਕੀਤਾ ਜਾਂਦਾ ਹੈ। ਤਿਤ ਪਾਈ ਚੁੱਕੇ ਭਰਮ ਗਵਨ, ਸੁਨ ਨਾਨਕ ਹਰ ਹਰ ਜਸ ਸਰਬ। ਫਿਰ ਅੰਦਰੋਂ ਸੁਣਦੇ ਨੇ, ਉਹੀ ਤਾਂ ਸੁਣਨੀ ਆਪਾਂ ਧੁਰ ਕੇ ਬਾਣੀ ਪਾਈ। ਮਨ ਟਿਕ ਜਾਂਦਾ ਹੈ। ਭਰਮ ਗਵਨ ਸੰਸਾਰ ਦਾ ਗੇੜ, ਜੰਮਣ ਮਰਨ ਦਾ, ਉਹ ਗੁਰਸਿੱਖਾਂ ਦਾ ਖਤਮ ਹੋ ਜਾਂਦਾ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਉਸ ਅਵਸਥਾ ਜਾ ਕੇ ਪਤਾ ਚੱਲਦਾ ਆਪਾਂ ਨੂੰ, ਨਿਰਗੁਣ ਆਪ ਸਰਗੁਣ ਪੀਓ ਹੀ, ਕਲਾ ਧਾਰ ਜਿਨ ਸਗਲੀ ਮੋਹ। ਸਾਰੀ ਕਲਾ ਨਾਲ ਉਹਨੇ ਸੰਸਾਰ ਨੂੰ ਬੰਨ੍ਹ ਕੇ ਰੱਖਿਆ ਵਾ। ਇਹ ਸਾਰਾ ਉਹਦਾ ਹੀ ਖੇਲ ਹੈ। ਸਰਗੁਣ ਵੀ, ਸਾਰੇ ਗੁਣ ਹੀ ਉਹਦੇ ਨੇ। ਆਪਾਂ ਅੱਗੇ ਆ ਅਸ਼ਟਪਦੀ ਆਪਾਂ ਨੂੰ ਆਉਣੀ ਆ, ਨਿਰਗੁਣ ਆਪ ਸਰਗੁਣ ਪੀਓ ਹੀ, ਕਲਾ ਧਾਰ ਜਿਨ ਸਗਲੀ ਮੋਹੀ। ਪਿੱਛੇ ਆਪਾਂ ਵਿਚਾਰ ਕੀਤਾ, ਕਲਾ ਸਰਵ ਕਲਾ ਭਰਪੂਰ ਪ੍ਰਭ, ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਸਾਰੀ ਉਹਦੀ ਹੀ ਕਲਾ। ਕਲਾ ਹੁੰਦਾ ਗਿਆਨ, ਸਾਰੇ ਉਹਨੇ ਬੰਨ੍ਹ ਕੇ ਰੱਖਿਆ ਗਿਆਨ ਨਾਮ ਨਾਲ।
ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਆਪਣੇ ਚਿਰਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ। ਆਪ ਹੀ ਸਾਰਾ ਕੁਝ ਦੇਖ ਰਿਹਾ ਵਾ, ਸਾਰਾ ਕੁਝ ਜਦੋਂ ਬਣਾਇਆ ਹੀ ਹੈ ਉਹਨੇ, ਆਪ ਹੀ ਕੀਮਤ ਪਾਉਂਦਾ ਹੈ। ਦੇਖਦੇ ਹੀ ਆਪਾਂ ਉਹੀ ਮਨੁੱਖ ਡੀਐਸਪੀ ਜਾਂ ਬੜਾ ਰੁਤਬਾ ਵਾਲਾ ਹੁੰਦਾ ਹੈ, ਉੱਥੇ ਹੀ ਇੱਕ ਚਪੜਾਸੀ ਹੁੰਦਾ, ਉਹ ਵੀ ਮਨੁੱਖ ਹੀ ਹੈ, ਉਹ ਵੀ ਇਨਸਾਨ ਆਪਾਂ ਕਹਿ ਸਕਦੇ ਹਾਂ ਉਹਨੂੰ। ਉਹਦਾ ਸਰੀਰ ਵੀ ਉਹੋ ਜਿਹਾ, ਉਹਦਾ ਵੀ ਫਰਕ ਕਿਹਦਾ ਹੋਇਆ ਫਿਰ? ਗਿਆਨ ਦਾ, ਗੁਣਾਂ ਦਾ। ਇਹ ਮਾਇਆ ਦੇ ਗੁਣ ਨੇ, ਇਹ ਨਿਰਾਕਾਰ ਆਤਮਾ ਦੇ ਗੁਣ ਨੇ ਜਿਹੜੇ ਆਪਾਂ ਪ੍ਰਾਪਤ ਕਰਨੇ ਨੇ। ਬਿਨ ਗੁਣ ਕੀਤੇ ਭਗਤ ਨਾ ਹੋਏ, ਜਪਜੀ ਸਾਹਿਬ ਵੀ ਆਪਾਂ ਪੜ੍ਹਦੇ ਹਾਂ। ਗੁਣ ਕੋਈ ਨਹੀਂ ਹੁੰਦਾ ਸਾਡੇ 'ਚ, ਭੈ ਤੋਂ ਮੁਕਤ ਨਹੀਂ ਹੁੰਦੇ, ਨਿਰਵੈਰ ਨਹੀਂ ਹੁੰਦੇ, ਸੰਸਾਰ ਦਾ ਵੈਰ ਵਿਰੋਧ ਕਰੀ ਜਾਂਦੇ ਹਾਂ। ਕਾਲ ਤੋਂ ਮੁਕਤ ਨਹੀਂ ਹੁੰਦੇ, ਦੂਏ ਨੂੰ ਅਸੀਂ ਉਪਦੇਸ਼ ਕਰਦੇ ਹਾਂ। ਸਰੀਰ ਨਾਲ ਚਿੰਬੜੇ ਹੁੰਦੇ ਹਾਂ। ਚਾਰੇ ਗੁਣ ਸਾਡੇ ਕੋਈ ਗੁਣਾ ਨਹੀਂ ਹੁੰਦਾ। ਉਹ ਗੁਣਾਂ ਦੀ ਤਾਂ ਆਪਾਂ ਧਾਰ ਨਹੀਂ ਬਣਨਾ, ਉਹ ਗੁਣਾਂ ਦੀ ਤਾਂ ਆਪਾਂ ਪ੍ਰਾਪਤੀ ਕਰਨੀ ਹੈ। ਆਪਣੇ ਚਰਿਤ ਪ੍ਰਭਾਵ ਬਣਾਏ, ਆਪਣੀ ਕੀਮਤ ਆਪੇ ਪਾਏ। ਹਰ ਬਿਨ ਦੂਜਾ ਨਾਹੀ ਕੋਈ, ਸਰਬ ਨਿਰੰਤਰ ਇੱਕੋ ਸੋਈ। ਉਸ ਅਵਸਥਾ ਹਰ ਦਾ ਦਰਸ਼ਨ ਹੁੰਦਾ, ਇੱਕ ਹੋ ਜਾਂਦੇ ਨੇ ਨਿਰੰਤਰ, ਲਗਾਤਾਰ ਹਰ ਦੀ ਜੋਤ ਚੱਲ ਰਹੀ ਹੈ ਸਾਰਿਆਂ 'ਚ। ਸਤਿਗੁਰ ਤੇ ਖਾਲੀ ਕੋਈ ਨਹੀਂ, ਮੇਰਾ ਪ੍ਰਭ ਮੇਲ ਮਿਲਾਏ। ਸਾਰਿਆਂ ਦੇ ਅੰਦਰ ਦੀ ਕਿਰਪਾ ਨਾਲ ਸਾਡਾ ਹਾਰਟ ਸਾਹ ਚੱਲ ਰਿਹਾ ਵਾ, ਨਿਰੰਤਰ ਹੁੰਦਾ, ਲਗਾਤਾਰ ਉਹਦੀ ਜੋਤ ਚੱਲ ਰਹੀ ਹੈ। ਓਤ ਪੋਤ ਰਵਿਆ ਰੂਪ ਰੰਗ, ਪਏ ਪ੍ਰਗਾਸ ਸਾਧ ਕੇ ਸੰਗ। ਸਾਧ ਸੰਗਤ ਸਾਨੂੰ ਜਿਹੜੀ ਅਵਸਥਾ ਉਹ ਪ੍ਰਾਪਤ ਹੋ ਜਾਂਦੀ ਹੈ ਗੁਰ ਸ਼ਬਦ ਦੀ। ਉਸ ਅਵਸਥਾ ਜਾ ਕੇ ਪਤਾ ਲੱਗਦਾ ਵੀ ਇੱਕ ਮਿੱਕ ਹੋ ਜਾਂਦੇ ਨੇ। ਸਾਰੇ ਸੰਸਾਰ ਨੂੰ ਕੌਣ ਪਾਲ ਰਿਹਾ? ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦਿੰਦੇ ਟੋਟ ਨਾ ਆਵੀ, ਅਗਨਤ ਭਰੇ ਭੰਡਾਰ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਹੈ। ਜਲਮੇ ਜਨ ਤੋਂ ਪਾਏ, ਤਿੰਨਾ ਵੀ ਰੋਜੀਏ। ਜਪਜੀ ਸਾਹਿਬ ਵੀ ਰੋਜ਼ ਪੜ੍ਹਦੇ ਹਾਂ। ਦਿਨ ਦਾ ਦੇ ਲੈਂਦੇ ਤੱਕ ਪਾਏ, ਜੁਗਾਂ ਜੁਗੰਤਰ ਖਾਈ ਖਾਏ। ਰਚ ਰਚਨਾ ਆਪਣੀ ਕਲਤਾਰੀ, ਅਨਕ ਬਾਰ ਨਾਨਕ ਬਲਿਹਾਰੀ। ਸਤਿਗੁਰ ਸਮਝਾਉਂਦੇ ਆ, ਭਾਈ ਅਸੀਂ ਤਾਂ ਅਨੇਕਾਂ ਵਾਰ ਬਲਿਹਾਰੀ ਜਾਂਦੇ ਹਾਂ ਉਹ ਦਾਤੇ ਤੋਂ। ਰਚਨਾ ਬਣਾ ਕੇ ਉਹ ਕਲਾ ਨਾਲ ਸਾਰਿਆਂ ਨੂੰ ਬੰਨ੍ਹ ਕੇ ਰੱਖਿਆ, ਸਾਰਿਆਂ ਦਾ ਖਿਆਲ ਵੀ ਰੱਖ ਰਿਹਾ। ਆਪਾਂ ਵੀ ਇਹ ਪ੍ਰਾਪਤੀ ਕਰਨੀ ਹੈ, ਸੱਚ ਦਾ ਗਿਆਨ ਲੈਣਾ, ਸਤਿਗੁਰ ਦਾ ਦਰਸ਼ਨ ਕਰਨਾ, ਫੇਰ ਹੀ ਆਪਾਂ ਸਤਿਗੁਰ ਬਾਰੇ ਦੂਏ ਨੂੰ ਸਮਝਾ ਸਕਦੇ ਹਾਂ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਉ, ਤਿਸਕੇ ਸੰਗ ਸੰਗ ਉਤਰੇ। ਨਾਨਕ ਹਰ ਗੁਣ ਗਾਓ, ਫੇਰ ਹੀ ਹਿਰਦੇ ਗੁਣ ਗਾਵਾਂਗੇ। ਸਤਿਗੁਰ ਦੀ ਸਾਨੂੰ ਪ੍ਰਾਪਤੀ ਨਹੀਂ ਹੋਈ, ਹਿਰਦੇ ਗੁਣ ਅਸੀਂ ਗਾਈ ਜਾਂਦੇ, ਉਹ ਮਨ ਕਰਕੇ ਆਪਦੀ ਬੁੱਧੀ ਨਾਲ ਅਸੀਂ ਅਰਥਾ ਰਹੇ ਹਾਂ ਭਾਈ। ਉਹੀ ਤਾਂ ਸਜ਼ਾ ਮਿਲਦੀ ਆ ਆਪਾਂ ਨੂੰ। ਪੜ੍ਹਿਆ ਹੋਵੇ ਗੁਨੇਗਾਰ ਤੋਂ ਉਮੀ ਸਾਧਨਾ ਮਾੜੀ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ। ਵਿਚਾਰ ਤੋਂ ਬਾਅਦ ਹੀ ਮਨ ਬੁਰਾਈਆਂ ਤੋਂ ਹਟਦਾ ਵਾ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਸਾਨੂੰ ਵੀ ਸਤਿਗੁਰ ਦੀ ਪ੍ਰਾਪਤੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।